ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ, ਸਮੂਹ ਸ਼ਹੀਦ ਸਿੰਘ ਫੌਜਾਂ ਅਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ। ਖਾਲਸਾ ਜੀ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਵਿੱਚ ਧਿਆਨ ਲਾਉਣਾ, ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਭਜਨ ਕਰਨਾ, ਸਿਮਰਨ ਅਭਿਆਸ ਕਰਨਾ। ਜਿਹੜਾ ਕੋਈ ਮਹਾਰਾਜ ਨਾਲ ਜੁੜਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਸਰੀਰ ਦੇ ਗੁੱਝੇ ਭੇਦਾਂ ਨੂੰ ਦੱਸ ਦਿੰਦੇ ਨੇ। ਕਿਵੇਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਪਰਸਣੇ ਨੇ, ਕਿਵੇਂ ਚਰਨ ਫੜਨੇ ਨੇ, ਸਾਰਾ ਕੁਝ ਮਹਾਰਾਜ ਬਾਣੀ ਵਿੱਚ ਦੱਸਦੇ ਨੇ। ਖਾਲਸਾ ਜੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਧਿਆਨ ਧਰੋ ਤਹਿ ਕੋ ਮਨ ਮੈਂ, ਜਹ ਕੋ ਅਮਤੂਜ ਸਭੈ ਜਗ ਛਾਇਓ। ਜਿਹਦੇ ਪ੍ਰਕਾਸ਼ ਨਾਲ ਸਾਰਾ ਜੱਗ ਜਿਹੜਾ ਹੈ ਬਣਿਆ ਹੈ, ਸ੍ਰਿਸ਼ਟੀ ਬਣੀ ਹੈ, ਸਾਰੇ ਜੱਗ ਵਿੱਚ ਜਿਹੜਾ ਪਸਾਰਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰੋ। ਜਦੋਂ ਉਹਦਾ ਧਿਆਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰੋਗੇ, ਫਿਰ ਉਹਦੇ ਦਰਸ਼ਨ ਵੀ ਹੋਣਗੇ, ਉਹ ਆਪਣੇ ਆਪ ਨੂੰ ਦਰਸਾਉਣਾ ਵੀ ਕਰੇਗਾ। ਸੋ ਖਾਲਸਾ ਜੀ, ਧਿਆਨ ਵਿੱਚ ਬੇਅੰਤ ਸ਼ਕਤੀ ਹੈ। ਜਿਹੜਾ ਕੋਈ ਧਿਆਨ ਲਾਉਣਾ ਜਾਣਦਾ ਹੈ, ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ, ਧਿਆਨ ਲਾ ਕੇ ਪੜ੍ਹੀਏ ਤੇ ਬਾਣੀ ਵਿੱਚੋਂ ਗੁੱਝੇ ਭੇਦ ਮਹਾਰਾਜ ਦੀ ਕਿਰਪਾ ਸਦਕਾ ਸਮਝ ਆਉਂਦੇ ਨੇ। ਜੇ ਕੋਈ ਸਿਮਰਨ ਅਭਿਆਸ ਕਰੀਏ, ਮੂਲ ਮੰਤਰ ਦਾ ਅਭਿਆਸ ਕਰੀਏ, ਗੁਰ ਮੰਤਰ ਦਾ ਅਭਿਆਸ ਕਰੀਏ, ਜਦੋਂ ਅਸੀਂ ਉਹਦੇ ਵਿੱਚ ਧਿਆਨ ਲਾਵਾਂਗੇ, ਧਿਆਨ ਵਿੱਚ ਐਸੀ ਸ਼ਕਤੀ ਹੈ ਖਾਲਸਾ ਜੀ, ਇੱਕ ਦਿਨ ਐਸਾ ਆਵੇਗਾ ਜਿਸ ਦਿਨ ਧਿਆਨ ਪਰਪੱਕ ਹੋਵੇਗਾ, ਸਤਿਗੁਰ ਦੇ ਦਰਸ਼ਨ ਹੋ ਜਾਣਗੇ। ਧਿਆਨ ਵਿੱਚ ਚੇਤੇ ਕਰਾਂਗੇ, ਹਜੂਰ ਸਾਹਿਬ ਦਾ ਦ੍ਰਿਸ਼ ਦਿਖੇਗਾ, ਸਰੀਰ ਸਣੇ ਉੱਥੇ ਪਹੁੰਚ ਜਾਵਾਂਗੇ। ਐਸੀ ਖੇਡ ਵਰਤ ਜਾਂਦੀ ਹੈ। ਸੋ ਖਾਲਸਾ ਜੀ, ਇਹ ਬੜੀਆਂ ਵੱਡੀਆਂ ਗੱਲਾਂ ਨੇ, ਕਮਾਈ ਤੋਂ ਬਿਨਾਂ ਸਮਝ ਨਹੀਂ ਆਉਂਦੀਆਂ, ਉਹਦੀ ਕਮਾਈ ਕਰਨੀ ਪੈਂਦੀ ਹੈ। ਜਿਵੇਂ ਸਤਿਗੁਰੂ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸਤਵੇਂ ਪਾਤਸ਼ਾਹ, ਸਤਿਗੁਰੂ ਦੀਨ ਦੁਨੀ ਦੇ ਮਾਲਕ, ਕੀਰਤਪੁਰ ਸਾਹਿਬ ਸਜੇ ਹੋਏ ਨੇ। ਆਸਾਰੀ ਵਾਰ ਦਾ ਸਵੇਰ ਵੇਲੇ ਅੰਮ੍ਰਿਤ ਵੇਲੇ ਕੀਰਤਨ ਹੋਇਆ, ਸੰਗਤ ਸਾਰੀ ਸੱਜ ਕੇ ਬੈਠੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਸਰਵਣ ਕਰਦੇ ਕਰਦੇ ਸਤਿਗੁਰੂ ਜੀ ਬ੍ਰਹਮਲੀਨ ਹੋਏ ਨੇ। ਮਹਾਰਾਜ ਦੀ ਕਿਰਪਾ ਰਹਿਮਤ ਸਦਕਾ ਸ੍ਰੀ ਆਸਾ ਜੀ ਦੀ ਵਾਰ ਦਾ ਭੋਗ ਪਿਆ। ਕਿਉਂਕਿ ਖਾਲਸਾ ਜੀ, ਪੁਰਾਤਨ ਜਿਹੜੀ ਸੰਗਤ ਸੀ, ਮਹਾਰਾਜ ਤੇ ਬੇਅੰਤ ਸ਼ਰਧਾ ਪ੍ਰੇਮ ਰੱਖਣ ਵਾਲੀ ਸੀ। ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਸਣ ਤੋਂ ਨਹੀਂ ਸੀ ਉੱਠਦੇ, ਉਹਨਾਂ ਚਿਰ ਸੰਗਤ ਉੱਠ ਕੇ ਨਹੀਂ ਸੀ ਜਾਂਦੀ। ਜਿਵੇਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿੰਨਾ ਚਿਰ ਰਹਿੰਦੇ ਨੇ, ਸੰਗਤ ਨੂੰ ਨਹੀਂ ਉੱਠਣਾ ਚਾਹੀਦਾ। ਕਈ ਉੱਠ ਕੇ ਚਲ ਜਾਂਦੇ ਨੇ, ਉਹ ਬੇਅਦਬੀ ਦਾ ਪ੍ਰਤੀਕ ਹੈ। ਖਾਲਸਾ ਜੀ, ਜੇ ਤੁਸੀਂ ਜਾਣਾ ਹੈ ਕਿਸੇ ਮਜਬੂਰੀ ਵਸ, ਤੇ ਮਹਾਰਾਜ ਅੱਗੇ ਬੇਨਤੀ ਕਰਕੇ ਜਾਓ ਕਿ ਸਤਿਗੁਰੂ ਜੀ, ਮੈਨੂੰ ਕੋਈ ਮਜਬੂਰੀ ਹੈ, ਮੇਰੀ ਇਹ ਭੁੱਲ ਨੂੰ ਮਹਾਰਾਜ ਮਾਫ ਕਰਿਓ, ਮੈਂ ਜਾਣਾ ਚਾਹੁੰਦਾ ਹਾਂ। ਕਿਉਂਕਿ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਆਗਿਆ ਲੈਣ ਤੋਂ ਬਿਨਾਂ ਕਦੇ ਉੱਠਣਾ ਨਹੀਂ ਚਾਹੀਦਾ। ਅੱਜ ਅਸੀਂ ਮਹਾਰਾਜ ਨੂੰ ਜਦੋਂ ਮਰਜ਼ੀ ਪਿੱਠ ਦੇ ਕੇ ਤੁਰ ਪੈਂਦੇ ਹਾਂ, ਆਪਣੀ ਮਰਜ਼ੀ ਨਾਲ ਆਉਂਦੇ ਹਾਂ, ਮਰਜ਼ੀ ਨਾਲ ਜਾਂਦੇ ਹਾਂ, ਨਾ ਕੋਈ ਗੁਰੂ ਸਾਹਿਬ ਨਾਲ ਲੈਣ ਦੇਣ, ਨਾ ਕੋਈ ਮਰਿਆਦਾ ਦਾ ਪਤਾ ਹੈ। ਸੋ ਖਾਲਸਾ ਜੀ, ਉਹਨਾਂ ਚਿਰ ਸੰਗਤ ਉੱਠਦੀ ਨਹੀਂ ਸੀ ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇਤਰ ਨਹੀਂ ਸਨ ਖੋਲ੍ਹਦੇ, ਮਹਾਰਾਜ ਸੱਚੇ ਪਾਤਸ਼ਾਹ ਪਲੰਘੇ ਤੋਂ ਨਹੀਂ ਸਨ ਉੱਠਦੇ। ਸੋ ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਉਸ ਦਿਨ ਅੱਖਾਂ ਨਹੀਂ ਖੋਲ੍ਹੀਆਂ, ਪਲੰਘੇ ਤੋਂ ਨਹੀਂ ਉੱਠੀਆਂ, ਸੰਗਤ ਸਾਰੀ ਬੈਠੀ ਰਹੀ। 8 ਵੱਜ ਗਏ, ਫਿਰ 10 ਵੱਜ ਗਏ, 10 ਤੋਂ 12 ਵੱਜ ਗਏ। ਲਾਂਗਰੀ ਸਿੰਘ ਮਹਾਰਾਜ ਦਾ ਪ੍ਰਸ਼ਾਦਾ ਤਿਆਰ ਕਰਕੇ ਵੀ ਖੜਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਨੇਤਰ ਨਹੀਂ ਖੋਲ੍ਹੇ। ਸੰਗਤਾਂ ਵੀ ਉਵੇਂ ਦੀਆਂ ਉਵੇਂ ਬੈਠੀਆਂ ਰਹੀਆਂ। ਫਿਰ ਖਾਲਸਾ ਜੀ, 4 ਵਜੇ ਨੇ ਸ਼ਾਮ ਦੇ, 4 ਵਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲ੍ਹ ਕੇ ਕਿਹਾ, ਧੰਨ ਗੁਰਸਿੱਖੀ, ਧੰਨ ਗੁਰਸਿੱਖੀ, ਧੰਨ ਗੁਰਸਿੱਖੀ। 3 ਵਾਰ ਮਹਾਰਾਜ ਨੇ ਬਚਨ ਕੀਤਾ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰੇਮ ਰੱਖਣ ਵਾਲੇ, ਸ਼ਰਧਾ ਰੱਖਣ ਵਾਲੇ ਸਿੱਖ ਸਨ, ਉਹਨਾਂ ਨੇ ਪੁੱਛਿਆ, ਸਤਿਗੁਰੂ ਸੱਚੇ ਪਾਤਸ਼ਾਹ ਦੱਸੋ ਅੱਜ ਕਿਹੜਾ ਕੌਤਕ ਹੋਇਆ? ਮਹਾਰਾਜ ਆਪ ਜੀ ਨੇ ਨੇਤਰ ਨਹੀਂ ਸੀ ਖੋਲ੍ਹੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਕਿਵੇਂ ਨੇਤਰ ਖੋਲ੍ਹਦੇ? ਸਾਡੇ ਚਰਨ ਫੜ ਕੇ ਕਾਬਲ ਤੋਂ ਭਾਈ ਗੋਂਦਾ ਜੀ ਬੈਠੇ ਸਨ। ਖਾਲਸਾ ਜੀ, ਕਾਬਲ ਦਾ ਇੱਕ ਸਿੱਖ ਸੀ ਭਾਈ ਗੋਂਦਾ। ਉਹਨੇ ਅੰਮ੍ਰਿਤ ਵੇਲੇ ਜਦੋਂ ਸਮਾਧੀ ਲਾਈ, ਨਾਮ ਬਾਣੀ ਜਪਣਾ ਸ਼ੁਰੂ ਕੀਤਾ, ਉਸ ਵੇਲੇ ਧੰਨ ਗੁਰੂ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਧਰਿਆ। ਧਿਆਨ ਧਰ ਕੇ ਚਰਨ ਫੜ ਲਏ, ਧਿਆਨ ਦੇ ਨਾਲ ਖਾਲਸਾ ਜੀ, ਸੁਰਤੀ ਬਿਰਤੀ ਨਾਲ ਚਰਨ ਫੜ ਲਏ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਉਹਨਾਂ ਨੇ ਫੜੇ ਹੋਏ ਨੇ, ਇੱਧਰੋਂ ਮਹਾਰਾਜ ਨੇ ਇੱਕ ਵਾਰ ਵੀ ਆਪਣਾ ਚਰਨ ਨਹੀਂ ਹਿਲਾਇਆ। ਸਤਿਗੁਰ ਕਹਿੰਦੇ, ਜਿਸ ਵੇਲੇ ਅਸੀਂ ਚਰਨ ਹਿਲਾਉਣ ਦੀ ਕੋਸ਼ਿਸ਼ ਕਰਦੇ ਸਾਂ ਤੇ ਭਾਈ ਗੁਰਸਿੱਖ ਨੂੰ ਜਿਹੜੀ ਉਹਦੀ ਬਿਰਤੀ ਸੀ ਉਹ ਟੁੱਟਦੀ ਸੀ, ਉਹਨੂੰ ਦੁੱਖ ਪ੍ਰਤੀਤ ਹੁੰਦਾ ਸੀ, ਉਹ ਮਸਤ ਹੋਇਆ ਹੋਇਆ ਸੀ। ਅਸੀਂ ਉਹਦੀ ਪ੍ਰੀਤ ਵਿੱਚ ਬੱਝੇ ਹੋਏ ਮਹਾਰਾਜ ਕਹਿੰਦੇ ਆਪਣਾ ਚਰਨ ਨਹੀਂ ਹਿਲਾਇਆ, ਨੇਤਰ ਨਹੀਂ ਖੋਲ੍ਹੇ। ਹੁਣ 4 ਵਜੇ ਇਸ ਵੇਲੇ ਉਹ ਭਾਈ ਗੋਂਦੇ ਨੇ ਨੇਤਰ ਖੋਲ੍ਹੇ ਨੇ, ਫਿਰ ਅਸੀਂ ਇੱਥੇ ਨੇਤਰ ਖੋਲ੍ਹੇ ਹਨ। ਸੋ ਖਾਲਸਾ ਜੀ, ਇਹ ਧਿਆਨ ਦੀ ਸ਼ਕਤੀ ਹੈ। ਜਿਹੜਾ ਕੋਈ ਸਤਿਗੁਰਾਂ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਧਿਆਨ ਲਾਉਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਦੇ ਧਿਆਨ ਨੂੰ ਸਦਾ ਪ੍ਰਵਾਨ ਕਰਦੇ ਨੇ। ਮਹਾਰਾਜ ਨੂੰ ਯਾਦ ਕਰਨਾ, ਮਹਾਰਾਜ ਨੂੰ ਚੇਤੇ ਕਰਨਾ, ਉਹ ਯਾਦ ਤੁਹਾਡੀ ਸਤਿਗੁਰੂ ਜੀ ਤੱਕ ਜ਼ਰੂਰ ਪਹੁੰਚਦੀ ਹੈ। ਖਾਲਸਾ ਜੀ, ਸੋ ਰਹੋ ਵਿਚਾਰ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨੇ 'ਤੇ ਹੋਣ ਵਾਲੀਆਂ ਖੇਡਾਂ
ਜਿਹੜੀਆਂ ਆਪਾਂ ਨਿਤ ਸਰਵਣ ਕਰਦੇ ਹਾਂ। ਸੋ ਮਹਾਰਾਜ ਦੇ ਦਰ ਤੇ ਜਾ ਕੇ, ਸ਼ਹੀਦਾਂ ਦੇ ਦਰ ਤੇ ਜਾ ਕੇ ਵੀ ਧਿਆਨ ਲਾਉਣਾ ਕਰੀਏ, ਸ਼ਹੀਦਾਂ ਨੂੰ ਯਾਦ ਕਰਨਾ ਕਰੀਏ, ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਹੁਣਾਂ ਨੇ ਜੰਗ ਲੜੀ ਹੋਵੇਗੀ, ਕਿਵੇਂ ਬਾਣੀ ਦਾ ਜਾਪ ਕਰਦੇ ਹੋਣਗੇ। ਸੋ ਖਾਲਸਾ ਜੀ ਇਹ ਸਾਰਾ ਧਿਆਨ ਵਿੱਚ ਲਿਆਉਣਾ ਚਾਹੀਦਾ, ਉਹਦੇ ਨਾਲ ਬਿਰਤੀ ਜੁੜ ਜਾਂਦੀ ਹੈ। ਸੋ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਚੁਪਹਿਰੇ ਦੇ ਵਿੱਚ ਅਨੇਕਾਂ ਸੰਗਤਾਂ ਆਉਂਦੀਆਂ ਨੇ, ਜਿਨ੍ਹਾਂ ਦੇ ਬਾਬਾ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ, ਫੌਜਾਂ ਦੀ ਬੇਅੰਤ ਕਿਰਪਾ ਹੁੰਦੀ ਹੈ। ਸੋ ਖਾਲਸਾ ਜੀ ਜਿਹੜੀ ਅੱਜ ਦੀ ਹੱਡ ਬੀਤੀ ਹੈ ਉਹ ਇੱਕ ਬਾਪੂ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ। ਉਹ ਕਹਿੰਦੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨੇ 'ਤੇ ਅਸੀਂ ਵੀ ਸ਼ੁਰੂ ਤੋਂ ਆਉਂਦੇ ਹਾਂ। ਸਾਡੀ ਸ਼ਰਧਾ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਉੱਤੇ ਕਿ ਮਹਾਨ ਸੂਰਮੇ, ਮਹਾਨ ਸ਼ਹੀਦ ਨੇ ਅਤੇ ਇਹਨਾਂ ਨੂੰ ਸਦਾ ਨਮਸਕਾਰ ਕਰਦੇ ਹਾਂ। ਉਹ ਬਾਪੂ ਜੀ ਕਹਿੰਦੇ ਸਾਡੀ ਮਾਤਾ ਜੀ ਹੁਣੀ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਂਦੇ ਸੀ ਘਰ ਵਿੱਚ। ਸ਼ੁਰੂ ਤੋਂ ਅਸੀਂ ਕੋਈ ਕਾਰਜ ਕਰਨਾ, ਸਾਡੀ ਮਾਤਾ ਨੇ ਕਹਿਣਾ ਪੁੱਤਰੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਹੋ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿ ਕੇ ਚੱਲੋ, ਤੁਹਾਡੇ ਅੰਗ ਸੰਗ ਰੱਖਿਆ ਹੋਵੇਗੀ। ਸੋ ਇੱਦਾਂ ਕਹਿੰਦੇ ਅਸੀਂ ਪੜ੍ਹੇ ਸਾਂ। ਕਹਿੰਦੇ ਸਾਡੇ ਘਰ ਕਿਵੇਂ ਕੌਤਕ ਵਰਤਿਆ। ਕਹਿੰਦਾ ਮੇਰੇ ਜਵਾਨੀ ਵੇਲੇ ਦੀ ਗੱਲ ਹੈ ਇਹ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ 'ਤੇ ਵੀ ਜਾਂਦਾ ਹੁੰਦਾ ਸੀ। ਸਾਡੇ ਕੋਲ ਡੰਗਰ ਬਹੁਤ ਹੁੰਦੇ ਸੀ, ਕਿਸੇ ਮੱਝ ਨੇ ਸੂਣਾ ਅਤੇ ਮੈਂ ਖੀਰ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ 'ਤੇ ਜਾਣਾ, ਉੱਥੇ ਦੁੱਧ ਪਾਉਣਾ। ਮੇਰੀ ਸ਼ਰਧਾ ਉੱਥੇ ਬਹੁਤ ਸੀ, ਜਾਂਦੇ ਆਉਂਦੇ ਨੇ ਮੈਂ ਉੱਥੇ ਜਾਣਾ ਹੀ ਜਾਣਾ। ਕਹਿੰਦਾ ਵੈਸੇ ਵੀ ਸਾਡਾ ਦੁੱਧ ਦਾ ਕੰਮ ਸੀ, ਮੈਂ ਡੋਣੇ ਬੰਨ੍ਹ ਕੇ ਸਾਈਕਲ 'ਤੇ ਜਾਂਦਾ ਹੁੰਦਾ ਸੀ, ਆਉਂਦਾ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੋਂ ਹੋ ਕੇ ਆਉਂਦਾ ਸੀ। ਕਹਿੰਦੇ ਇੱਕ ਵਾਰ ਕੀ ਹੋਇਆ, ਕਹਿੰਦਾ ਮੈਂ ਜਾਂਦੇ ਆਉਂਦੇ ਨੇ ਨਾ ਧਿਆਨ ਲਾਉਣਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ। ਕਹਿੰਦਾ ਕਈ ਵਾਰੀ ਮੈਂ ਘਰੇ ਬੈਠੇ ਹੋਣਾ, ਮੇਰਾ ਧਿਆਨ ਸਿੱਧਾ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ 'ਤੇ ਪਹੁੰਚ ਜਾਣਾ। ਜਿਵੇਂ ਕਿ ਖਾਲਸਾ ਜੀ ਆਪਾਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ 'ਤੇ ਜਾਂਦੇ ਹਾਂ, ਸਾਹਮਣੇ ਸਤਿਗੁਰੂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੁੰਦੇ ਨੇ, ਸਤਿਗੁਰੂ ਬੈਠੇ ਹੁੰਦੇ ਨੇ। ਸੋ ਖਾਲਸਾ ਜੀ ਜੇ ਅਸੀਂ ਘਰ ਆ ਕੇ ਵੀ ਉਸ ਸਥਾਨ ਦਾ ਧਿਆਨ ਧਰੀਏ, ਸਾਡੀ ਹਾਜ਼ਰੀ ਪ੍ਰਵਾਨ ਹੋ ਜਾਂਦੀ ਹੈ। ਧਿਆਨ ਧਰਨਾ ਚਾਹੀਦਾ ਹੈ ਸਥਾਨਾਂ ਦਾ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ, ਹਜ਼ੂਰ ਸਾਹਿਬ ਦਾ। ਸੋ ਖਾਲਸਾ ਜੀ ਇਹ ਵੱਡੇ ਅਸਥਾਨ ਨੇ, ਜਦੋਂ ਧਿਆਨ ਧਰੀਏ ਉੱਥੇ ਹਾਜ਼ਰੀ ਪ੍ਰਵਾਨ ਹੋ ਜਾਂਦੀ ਹੈ, ਕਿਉਂਕਿ ਧਿਆਨ ਨਾਲ ਗਏ ਹੋਏ, ਸੁਰਤੀ ਨਾਲ ਗਏ ਹੋਏ ਮਹਾਰਾਜ ਪ੍ਰਵਾਨ ਕਰ ਲੈਂਦੇ ਨੇ। ਸੋ ਖਾਲਸਾ ਜੀ ਰਹੋ ਵਿਚਾਰ। ਉਹ ਬਾਪੂ ਜੀ ਕਹਿੰਦੇ ਮੇਰਾ ਘਰ ਵੀ ਧਿਆਨ ਲੱਗ ਜਾਂਦਾ ਹੁੰਦਾ ਸੀ ਕਈ ਵਾਰੀ, ਮੈਨੂੰ ਇਵੇਂ ਲੱਗਣਾ ਮੈਂ ਸ਼ਹੀਦਾਂ ਸਾਹਿਬ ਤੁਰਿਆ ਫਿਰਦਾ। ਸੋ ਉਹ ਇੱਕ ਵਾਰ ਉਹ ਦੱਸਦੇ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਮੇਰੇ ਉੱਤੇ ਕਿਰਪਾ ਹੋਈ। ਕਹਿੰਦੇ ਅਸੀਂ ਡੰਗਰਾਂ ਵਾਲਾ ਕਮਰਾ ਪਾਉਂਦੇ ਸਾਂ ਅਤੇ ਉਹਦੇ ਵਾਸਤੇ ਅਸੀਂ ਇੱਟਾਂ ਅਤੇ ਬਾਲਿਆਂ ਦਾ ਕਮਰਾ ਪਾਇਆ ਸੀ। ਅਤੇ ਕਹਿੰਦੇ ਕਾਫੀ ਸਾਡੇ ਕੋਲ ਡੰਗਰ ਸੀਗੇ ਅਤੇ ਸਿਆਲ ਵੇਲੇ ਬੜੇ ਔਖੇ ਹੁੰਦੇ ਸੀ, ਉਹਨਾਂ ਨੂੰ ਅੰਦਰ ਬੰਨ੍ਹਣਾ ਬੜਾ ਔਖਾ ਹੁੰਦਾ ਸੀ। ਸਾਡੇ ਕੋਲ ਪਸ਼ੂ ਜਿਹੜੇ ਜ਼ਿਆਦਾ ਸੀਗੇ, ਕਮਰਾ ਛੋਟਾ ਸੀ, ਅਸੀਂ ਫਿਰ ਉਹਦੀ ਸਾਰੀ ਛੱਤ ਜਿਹੜੀ ਢਾਹ ਕੇ ਅਤੇ ਨਵੀਂ ਪਾਉਂਦੇ ਸਾਂ ਅਤੇ ਉੱਥੇ ਅਸੀਂ ਬਾਲੇ ਅਤੇ ਇੱਟਾਂ ਜਿਹੜੀਆਂ ਉੱਪਰ ਚਿਣੀਆਂ ਹੋਈਆਂ ਸੀ। ਕਹਿੰਦੇ ਵੀ ਅਸੀਂ ਸਾਰਾ ਕੁਛ ਉਹ ਬਣਾ ਲਿਆ ਸੀ, ਸਾਰਾ ਕੁਛ ਬਣ ਗਿਆ। ਕਹਿੰਦੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ 'ਤੇ ਕਿਰਪਾ ਹੁੰਦੀ, ਬਾਬਾ ਦੀਪ ਸਿੰਘ ਸਾਹਿਬ ਮੈਨੂੰ ਕਿਵੇਂ ਬਚਾਉਂਦੇ। ਮੇਰੇ ਨਾਲ ਇੱਕ ਇਹੋ ਜਿਹੀ ਘਟਨਾ ਹੁੰਦੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੈਨੂੰ ਹੱਥ ਦੇ ਕੇ ਰੱਖਿਆ। ਕਹਿੰਦੇ ਵੀ ਮੈਂ ਨਾ ਉਸ ਕਮਰੇ ਦੇ ਵਿੱਚ ਅੰਦਰ ਇੱਟਾਂ ਲੱਗਦੀਆਂ ਸੀ, ਥੱਲੇ ਡੰਗਰਾਂ ਦੇ ਥੱਲੇ ਇੱਟਾਂ ਲਾਉਂਦੇ ਸਾਂ, ਪੱਕੇ ਕਰਦੇ ਸਾਂ ਥੱਲਿਓਂ। ਕਹਿੰਦੇ ਇੱਟਾਂ ਲਾਉਂਦੇ ਸਾਂ ਅਤੇ ਕੁਝ ਕੁ ਟਾਈਮ ਪਹਿਲਾਂ ਮੈਂ ਜਿਹੜੇ ਮਿਸਤਰੀ ਕੰਮ ਕਰਦੇ ਸੀ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਦਾਂ ਕਰੋ, ਚਾਹ ਪਾਣੀ ਛਕ ਲਓ, ਬਾਹਰ ਬੈਠੋ, ਵੀ ਮੈਂ ਇੱਥੇ ਉਹਨਾਂ ਚਿਰ ਮਿੱਟੀ ਪੱਧਰੀ ਕਰ ਦਿੰਦਾ। ਕਹਿੰਦਾ ਮੈਂ ਮਿੱਟੀ ਪੱਧਰੀ ਕਰਦਾ ਸਾਂ ਅਤੇ ਅਚਨਚੇਤ ਇੱਕ ਭੁਚਾਲ ਆਇਆ ਅਤੇ ਜਿਹੜਾ ਸਾਡਾ ਉਹ ਛੱਤ ਸੀ, ਰਿਪੇਅਰ ਪੂਰੀ ਨਹੀਂ ਸੀ ਹੋਈ, ਅੱਧੀ ਕੁ ਰਹਿੰਦੀ ਸੀ। ਕਹਿੰਦਾ ਪਤਾ ਨਹੀਂ ਕੀ ਹੋਇਆ, ਜਿਹੜੀ ਇੱਕ ਸਾਈਡ ਦੀ ਉਹ ਕੰਧ ਨਿਕਲ ਗਈ, ਜਿਹੜੇ ਗਾਡਰ, ਜਿਹੜੇ ਬਾਲੇ ਅਤੇ ਜਿਹੜੀਆਂ ਇੱਟਾਂ ਸਨ ਉਹ ਸਾਰੀਆਂ ਮੇਰੇ ਉੱਤੇ ਡਿੱਗ ਪਈਆਂ। ਮੈਂ ਥੱਲੇ ਆ ਗਿਆ, ਸਾਰਾ ਕੁਛ ਮੇਰੇ ਉੱਤੇ ਡਿੱਗ ਪਿਆ। ਕਹਿੰਦੇ ਵੀ ਜਦੋਂ ਡਿੱਗਿਆ ਮੇਰੇ ਸਿਰ 'ਚ ਕੋਈ ਚੀਜ਼ ਵੱਜੀ ਹੈ, ਜਿਹਦੇ ਕਰਕੇ ਮੈਂ ਬੇਹੋਸ਼ ਹੋ ਗਿਆ। ਮੈਨੂੰ ਕੁਛ ਨਹੀਂ ਪਤਾ ਮੇਰੇ ਨਾਲ ਕੀ ਹੋਇਆ, ਮੇਰੇ ਸਰੀਰ 'ਤੇ ਕਿੰਨਾ ਕੁ ਵੇਟ ਪਿਆ, ਮੈਨੂੰ ਕੁਛ ਨਹੀਂ ਪਤਾ। ਕਹਿੰਦਾ ਜਦੋਂ ਸਾਰੇ ਬੰਦੇ ਆਏ, ਉਹਨਾਂ ਨੇ ਸਮਾਨ ਕੱਢਿਆ, ਸਾਰਾ ਲਾਹਿਆ, ਉੱਤੋਂ ਇੱਟਾਂ ਲਾਈਆਂ, ਗਾਡਰ ਲਾਏ, ਕਈ ਕੁਝ ਇੰਨਾ ਮਲਬਾ ਜਿਹੜਾ ਮੇਰੇ ਉੱਤੇ ਡਿੱਗਾ ਸੀ, ਉਹਨਾਂ ਨੇ ਇਹ ਸੋਚਿਆ ਸੀ ਵੀ ਇਹ ਬਚਿਆ ਨਹੀਂ ਹੋਣਾ, ਵੀ ਇਹ ਮਰ ਗਿਆ ਹੋਣਾ, ਇਹਦੇ ਥੱਲੇ ਇੰਨਾ ਸਮਾਨ ਇਹਦੇ ਉੱਤੇ ਡਿੱਗ ਪਿਆ, ਇਹ ਮਰ ਗਿਆ ਹੋਣਾ। ਪਰ ਕਹਿੰਦੇ ਜਦੋਂ ਸਾਰਾ ਕੁਛ ਐਨੂੰ ਕਰਕੇ ਮੈਨੂੰ ਉਹਨਾਂ ਨੇ ਵਿੱਚੋਂ ਕੱਢਿਆ ਅਤੇ ਮੇਰੇ ਸਾਹ ਚੱਲਦੇ ਸੀ, ਮੈਨੂੰ ਲੈ ਕੇ ਗਏ ਡਾਕਟਰ ਦੇ ਕੋਲੇ, ਸਭ ਕੁਛ ਹੋਇਆ ਅਤੇ ਉਹਨਾਂ ਨੇ ਦੂਜੇ ਦਿਨ ਮੈਨੂੰ ਹੋਸ਼ ਆਉਂਦੀ ਹੈ। ਮੇਰੇ ਸਿਰ 'ਚ ਥੋੜ੍ਹੀ ਜਿਹੀ ਸੱਟ ਲੱਗਦੀ ਹੈ, ਕੋਈ ਜ਼ਿਆਦਾ ਨਹੀਂ, ਕੋਈ ਨੋਰਮਲ ਜੀ ਸੱਟ ਲੱਗਦੀ ਹੈ, ਪਰ ਉਹ ਬਾਹਰਲੇ ਮਾਸ ਵਿੱਚ ਹੀ ਹੁੰਦੀ ਹੈ, ਕੋਈ ਅੰਦਰ ਸੱਟ ਨਹੀਂ ਹੁੰਦੀ, ਅੰਦਰ ਕੋਈ ਖੂਨ ਨਹੀਂ ਪਿਆ ਹੁੰਦਾ, ਜਿੱਦਾਂ ਰੋਬੜਾ ਪੈ ਜਾਂਦਾ ਉਹੀ ਚੀਜ਼ ਬਣੀ ਹੁੰਦੀ। ਅਤੇ ਜਾਂ ਕਹਿੰਦਾ ਮੇਰੇ ਗਿੱਟੇ 'ਤੇ ਥੋੜ੍ਹੀ ਜਿਹੀ ਸੱਟ ਲੱਗਦੀ ਹੈ, ਉਸ ਤੋਂ ਇਲਾਵਾ ਮੈਨੂੰ ਕੁਛ ਨਹੀਂ ਹੁੰਦਾ। ਮੈਨੂੰ ਉਸ ਰਾਤ ਕੋਈ ਹੋਸ਼ ਨਹੀਂ ਆਉਂਦੀ। ਅਗਲੇ ਦਿਨ ਸਵੇਰੇ ਹੋਸ਼ ਆਉਂਦੀ ਹੈ। ਜਦੋਂ ਅਗਲੇ ਦਿਨ ਹੋਸ਼ ਆਉਂਦੀ ਹੈ ਤਾਂ ਮੇਰੇ ਮੂੰਹੋਂ ਨਿਕਲਦਾ ਧੰਨ ਬਾਬਾ ਦੀਪ ਸਿੰਘ ਸਾਹਿਬ। ਇਹ ਸਾਰੇ ਮੇਰੇ ਪਰਿਵਾਰ ਨੇ ਸੁਣਿਆ ਜਿਹੜੇ ਮੈਨੂੰ ਲੈ ਕੇ ਗਏ ਸੀ। ਅਤੇ ਕਹਿੰਦੇ ਮੈਂ ਸੱਚ ਦੱਸਦਾ, ਜਿਸ ਵੇਲੇ ਮੈਂ ਅੱਖਾਂ ਖੋਲ੍ਹੀਆਂ ਤਾਂ ਮੇਰਾ ਜਿਹੜਾ ਧਿਆਨ ਸੀ ਸਿੱਧਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨੇ 'ਤੇ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਹਮਣੇ ਪ੍ਰਕਾਸ਼ ਨੇ। ਇਵੇਂ ਲੱਗਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਵੱਡੀ ਫੋਟੋ ਲੱਗੀ ਹੈ ਸਾਹਮਣੇ,
ਉਹ ਮੈਨੂੰ ਨਜ਼ਰੀ ਆਈ, ਨਾਲੇ ਮੇਰੇ ਮੁੱਖੋਂ ਧੰਨ ਬਾਬਾ ਦੀਪ ਸਿੰਘ ਸਾਹਿਬ ਨਿਕਲਿਆ। ਕਹਿੰਦਾ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਪਰਿਵਾਰ ਨੂੰ ਵੇਖਿਆ ਵੀ ਸਾਰੇ ਖੜੇ ਨੇ ਵੀ ਹਾਂ ਮੈਂ ਠੀਕ ਆ, ਮੇਰੇ ਨਾਲ ਕੁਝ ਹੋਇਆ, ਪਰ ਕਹਿੰਦਾ ਮੈਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੱਤੀ। ਇਹ ਸ਼ਹੀਦਾਂ ਸਿੰਘਾਂ ਦੀ ਕਿਰਪਾ ਮੇਰੇ ਤੇ ਹੋਈ ਕਿ ਮੇਰੀ ਸੁਰਤੀ ਬਿਰਤੀ ਜਿਹੜੀ ਜਿੱਦਾਂ ਕਹਿ ਲਓ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਹੀ ਪਹੁੰਚ ਗਈ। ਸੋ ਖਾਲਸਾ ਜੀ ਇੱਦਾਂ ਦੀਆਂ ਹੱਡ ਬੀਤੀ ਅੱਗੇ ਪਹਿਲਾਂ ਵੀ ਇੱਕ ਬੋਲੀ ਹੈ ਕਿ ਇੱਕ ਵੀਰ ਜੀ ਨਾਲ ਇੱਦਾਂ ਹੋਇਆ। ਸੋ ਖਾਲਸਾ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਭਾਵਨਾ, ਜਿਹੜੇ ਕਹਿੰਦੇ ਨੇ ਕਿ ਸਾਡੇ ਰੱਖਿਅਕ ਨੇ ਸ਼ਹੀਦ ਸਿੰਘ ਸਾਹਿਬ, ਫਿਰ ਉਹਨਾਂ ਨਾਲ ਵਰਤਦੀਆਂ ਨੇ ਇਹ ਖੇਡਾਂ। ਨਾਲੇ ਜਿਹੜੇ ਯਾਦ ਕਰਦੇ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤਨੋ ਮਨੋ ਯਾਦ ਕਰਦੇ ਹਾਂ, ਜਿਹੜੇ ਸੱਚੀਓਂ ਕਰਦੇ ਨੇ, ਉਹਨਾਂ ਦੀ ਸਹਾਇਤਾ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਫੌਜਾਂ ਆਪ ਕਰਦੀਆਂ ਨੇ ਖਾਲਸਾ ਜੀ। ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬੋਲੇ ਨੇ ਕਿ ਜੇ ਕੋਈ ਨੇਮੀ ਪ੍ਰੇਮੀ ਹੋਵੇ, ਇੱਕ ਹੁੰਦਾ ਨੇਮੀ ਹੁੰਦਾ ਜਿਹਨੇ ਨਿਤ ਪਾਠ ਕਰਨਾ ਹੁੰਦਾ, ਪਰ ਉਹਦੇ ਨਾਲ ਜੇ ਉਹ ਪ੍ਰੇਮੀ ਹੋਵੇ, ਪਿਆਰ ਨਾਲ ਪਾਠ ਕਰੇ, ਬਾਣੀ ਪੜ੍ਹੇ ਪ੍ਰੇਮ ਵਿੱਚ, ਮਹਾਰਾਜ ਕਹਿੰਦੇ ਉਹਦੇ ਕੋਲੇ 2 ਫੌਜਾਂ ਦਾ ਪੱਕਾ ਪਹਿਰਾ ਸਤਿਗੁਰੂ ਲਾਉਂਦੇ ਨੇ। ਜਿਹੜਾ ਕੋਈ ਨੇਮੀ ਅਭਿਆਸੀ ਸਿੰਘ ਹੁੰਦਾ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ, ਬਾਣੀ ਪੜ੍ਹਦਾ, ਉਹਦਾ ਜਿਹੜਾ ਕਰਮ ਹੈ ਜਾਂ ਉਹਦੀ ਕਿਰਤ ਵੀ ਜਿਹੜੀ ਧਰਮੀ ਹੈ, ਚੰਗੇ ਗੁਣਾਂ ਵਾਲਾ ਵਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ 2 ਸਿੱਖ 2 ਸ਼ਹੀਦ ਫੌਜਾਂ ਉਹਦੇ ਨਾਲ ਸਦਾ ਰਹਿੰਦੀਆਂ ਨੇ, ਉਹਦੀ ਰੱਖਿਆ ਵਾਸਤੇ, ਉਹਦੇ ਔਖੇ ਪੈਂਡਿਆਂ ਤੋਂ ਉਹਨੂੰ ਕੱਢਣ ਵਾਸਤੇ। ਖਾਲਸਾ ਜੀ ਇਹ ਬਾਣੀ ਦਾ ਪ੍ਰਤਾਪ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦਾ ਪ੍ਰਤਾਪ ਹੈ। ਜਿਹੜੇ ਬਾਣੀ ਨਹੀਂ ਪੜ੍ਹਦੇ ਉਹ ਸੁੱਖ ਕਿੱਥੋਂ ਲੱਭਦੇ ਨੇ? ਕਿਉਂਕਿ ਕਲਯੁਗ ਦੇ ਵਿੱਚ ਜਿਹੜਾ ਸੁੱਖ ਹੈ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰੋਂ ਪ੍ਰਾਪਤ ਹੋਵੇਗਾ, ਮਹਾਰਾਜ ਦੀ ਬਾਣੀ ਵਿੱਚੋਂ ਪ੍ਰਾਪਤ ਹੋਵੇਗਾ। ਤੇ ਇਹ ਜਿਹੜੀ ਬਾਣੀ ਹੈ ਸਾਰਿਆਂ ਵਰਨਾਂ ਵਾਸਤੇ ਹੈ, ਇਹ ਇਕੱਲੇ ਸਿੱਖਾਂ ਵਾਸਤੇ ਨਹੀਂ। ਇਹਨੂੰ ਮੁਸਲਮਾਨ ਵੀ ਗਾ ਸਕਦੇ ਨੇ, ਇਹਨੂੰ ਹਿੰਦੂ ਵੀ ਗਾ ਸਕਦੇ ਨੇ, ਇਹਨੂੰ ਹੋਰ ਵੀ ਫਿਰਕੇ ਗਾ ਸਕਦੇ ਨੇ। ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਸਾਰੇ ਜਗਤ ਵਾਸਤੇ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਦੇ ਗੁਰੂ ਨਹੀਂ, ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਨੇ ਘਰ ਘਰ ਜਾ ਕੇ ਜਿਹੜਾ ਪ੍ਰਚਾਰ ਕੀਤਾ ਹੈ ਕਿ ਭਾਈ ਪਰਮੇਸ਼ਰ ਅਕਾਲ ਪੁਰਖ ਨੂੰ ਜਪੋ, ਐਵੇਂ ਭਰਮਾਂ ਵਿੱਚ ਨਾ ਪਵੋ, ਵਹਿਮਾਂ ਵਿੱਚ ਨਾ ਪਵੋ, ਇੱਕੋ ਇੱਕ ਪਰਮੇਸ਼ਰ ਅਕਾਲ ਪੁਰਖ ਉਹਨੂੰ ਪ੍ਰੇਮ ਕਰੋ, ਉਹ ਤੁਹਾਨੂੰ ਪ੍ਰੇਮ ਕਰੇਗਾ। ਸੋ ਖਾਲਸਾ ਜੀ ਇਵੇਂ ਉਹ ਬਾਪੂ ਜੀ ਕਹਿੰਦੇ ਇਹ ਮੇਰੇ ਨਾਲ ਬੀਤੀ ਪੁਰਾਣੀ ਗੱਲ ਹੈ ਕਿ ਉਸ ਵੇਲੇ ਮੈਂ ਜਵਾਨੀ 'ਚ ਸਾਂ, ਹੁਣ ਤਾਂ ਕਾਫੀ ਬਜ਼ੁਰਗ ਸੀ ਜਿਨ੍ਹਾਂ ਨੇ ਸੁਣਾਉਣਾ ਕੀਤੀ। ਕਹਿੰਦੇ ਇੱਦਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਰੱਖਿਆ ਕੀਤੀ। ਸੋ ਖਾਲਸਾ ਜੀ ਪਹਿਲਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ 'ਤੇ ਕੋਈ ਬਹੁਤੀ ਸੰਗਤ ਨਹੀਂ ਸੀ ਜਾਂਦੀ, ਲੋਕਾਂ ਨੂੰ ਪਤਾ ਹੀ ਨਹੀਂ ਸੀ, ਪਰ ਹੁਣ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਐਸੀ ਕਲਾ ਵਰਤੀ ਹੈ ਖਾਲਸਾ ਜੀ, ਜਿਹੜੇ ਲੋਕ ਕਦੇ ਪਹਿਲਾਂ ਗੁਰੂ ਘਰਾਂ 'ਚ ਨਹੀਂ ਆਏ ਉਹ ਵੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ 'ਤੇ ਬਾਣੀ ਪੜ੍ਹਦੇ ਨੇ। ਜਿਨ੍ਹਾਂ ਨੇ ਕਦੇ ਜਪਜੀ ਸਾਹਿਬ ਨਹੀਂ ਕੀਤਾ ਉਹ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ 5-5 ਜਪਜੀ ਸਾਹਿਬ ਦੇ ਪਾਠ ਕਰਦੇ ਨੇ। ਇਹ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੈ, ਇਹ ਧੰਨ ਕਲਗੀਧਰ ਸਵਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੈ, ਜਿਨ੍ਹਾਂ ਨੂੰ ਲੋਕਾਂ ਨੇ ਸਮਝਿਆ ਨਹੀਂ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਇੱਕ ਇੱਕ ਸ਼ਹੀਦ ਸਿੰਘ ਵਿੱਚ ਐਸੀ ਕਿਰਪਾ ਹੈ ਖਾਲਸਾ ਜੀ ਕਿ ਖੰਡਾਂ ਬ੍ਰਹਮੰਡਾਂ ਨੂੰ ਖੜਕਾ ਸਕਦੇ ਨੇ, ਨਾਸ ਕਰ ਸਕਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਤਾਬਿਆਂ ਤੇ 96 ਕਰੋੜ ਸ਼ਹੀਦ ਫੌਜ ਹੈ। ਸੋ ਵੇਖੋ ਮਹਾਰਾਜ ਵਿੱਚ ਪ੍ਰਤਾਪ ਕਿੰਨਾ ਹੈ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੇਵਕ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਰੱਖੀਏ। ਸਤਿਗੁਰੂ ਫਿਰ ਔਖੇ ਵੇਲੇ ਸਾਥ ਦਿੰਦੇ ਨੇ, ਤੱਤੀ ਵਾਹ ਵੀ ਨਹੀਂ ਲੱਗਣ ਦਿੰਦੇ। ਬਾਣੀ ਦਾ ਜਾਪ ਕਰੀਏ, ਅਭਿਆਸ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਉੱਚਾ ਕੋਈ ਨਹੀਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਕੋਈ ਭਾਈ ਮਹਾਰਾਜ ਨੂੰ ਯਾਦ ਕਰਦਾ, ਚੇਤੇ ਕਰਦਾ, ਸਤਿਗੁਰੂ ਉੱਥੇ ਸਹਾਈ ਹੁੰਦੇ ਨੇ। ਧਿਆਨ ਲਾ ਕੇ ਮਹਾਰਾਜ ਵਿੱਚ ਬੈਠਣਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਧਿਆਨ ਕਰਨਾ। ਖਾਲਸਾ ਜੀ ਜਦੋਂ ਤੁਸੀਂ ਕਥਾ ਸੁਣੋਗੇ, ਜਿਵੇਂ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਨੂੰ ਤਾਰਦੇ ਜਾਂਦੇ ਨੇ, ਜੇ ਆਪਾਂ ਕਥਾ ਸਰਵਣ ਕਰੀਏ ਨਾ ਤੇ ਨਾਲ ਨਾਲ ਆਪਣੀ ਸੁਰਤੀ ਬਿਰਤੀ ਧਿਆਨ ਵੀ ਨਾਲ ਨਾਲ ਘੁੰਮਦਾ। ਐਂ ਲੱਗਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਨਾਲ ਅਸੀਂ ਵੀ ਘੁੰਮ ਰਹੇ ਹਾਂ। ਉਹ ਜਿਹੜਾ ਧਿਆਨ ਲਾਉਣਾ ਹੈ ਉਹ ਵੀ ਮਹਾਰਾਜ ਦੇ ਘਰ ਜਿਹੜਾ ਹੈ ਪੂਰਨ ਸਫਲ ਹੁੰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਾਣੀ ਸੁਣਨੀ, ਬਾਣੀ ਪੜ੍ਹਨੀ, ਕੀਰਤਨ ਸੁਣਨਾ, ਕਥਾ ਸੁਣਨੀ, ਇਹ ਸ਼ੁਭ ਗੁਣ ਨੇ। ਜਿਸ ਗੁਰਮੁਖ ਵਿੱਚ ਇਹ ਚੀਜ਼ਾਂ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਪਰਵਾਨਿਆ ਹੈ। ਸੋ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਜੀ ਦੇ ਵਿੱਚ ਧਿਆਨ ਲਾਉਣਾ ਬੜੀ ਵੱਡੀ ਸ਼ਕਤੀ ਹੈ। ਜਿਹੜੀ ਕੱਲ੍ਹ ਨੂੰ ਹੱਡ ਬੀਤੀ ਬੋਲਾਂਗੇ ਉਹਦੇ ਵਿੱਚ ਇੱਕ ਧਿਆਨ ਦੀ ਸਾਖੀ ਹੋਰ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਵਰਤੀ, ਜਿਹੜੀ ਅੱਜ ਸੁਣਾਈ ਹੈ ਉਹ ਧੰਨ 7ਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਦੇ ਵੇਲੇ ਦੀ, ਜਿਹੜੀ ਕਲਗੀਧਰ ਪਾਤਸ਼ਾਹ ਦੀ ਉਹ ਕੱਲ੍ਹ ਨੂੰ ਸੁਣਾਉਣੀ ਕਰਾਂਗੇ। ਕਿਵੇਂ ਧਿਆਨ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਦੁੱਖ ਕੱਟਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਧਿਆਨ ਲਾਉਣਾ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਮੱਤ ਵੀ ਉੱਚੀ ਹੋ ਜਾਂਦੀ ਹੈ ਤੇ ਸੁੱਚੀ ਹੋ ਜਾਂਦੀ ਹੈ। ਸਤਿਗੁਰੂ ਸਾਰਿਆਂ ਨੂੰ ਜੀਵਨ ਬਖਸ਼ਣ,
ਬਾਣੀ ਬਖਸ਼ਣ, ਨਿਤਨੇਮ ਅਭਿਆਸ ਬਖਸ਼ਣ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣ। ਸਤਿਗੁਰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਨਾਮ ਦਾ ਵਸਾਰਾ ਹਰ ਇੱਕ ਦੇ ਹਿਰਦੇ ਵਿੱਚ ਹੋਵੇ। ਆਉਣ ਵਾਲਾ ਸਮਾਂ ਮਾੜਾ ਹੈ ਭਾਈ, ਜਿਹੜਾ ਸਾਂਭ ਲਏਗਾ ਸੋ ਬਚ ਜਾਵੇਗਾ, ਨਹੀਂ ਤੇ ਫਿਰ ਮਾਰ ਤਾਂ ਪੱਕੀ ਹੈ, ਇੱਥੇ ਵੀ ਪਵੇਗੀ ਤੇ ਪਰਲੋਕ ਵੀ ਪਵੇਗੀ। ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।